वॉइस ऑफ एशियंस का बुलेटिन देख रहे साਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ WhatsApp ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਬੈਂਗਲੌਰ ਦੀ, ਜਿਹਦੇ ਵਿੱਚ ਦਿਖਾਇਆ ਗਿਆ ਕਿ ਇੱਕ ਸ਼ਰਾਬ ਦਾ ਬਹੁਤ ਵੱਡਾ ਸ਼ੋਰੂਮ ਬੈਂਗਲੌਰ ਦੇ ਵਿੱਚ ਤੇ ਅੱਜ ਦੂਰਾਂ ਤੱਕ ਲਾਈਨ ਲੱਗੀ ਹੋਈ ਸੀਗੀ ਤੇ ਕਰੋੜਾਂ ਦੀ ਸੇਲ ਇੱਕ ਦਿਨ 'ਚ ਹੀ ਹੋ ਗਈ। ਯਾਨੀ ਕਿ ਇਹ ਪ੍ਰੂਵ ਕਰਦਾ ਹੈ, ਲੋਕਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਹੈ ਉਹ ਸ਼ਰਾਬੀਆਂ ਦੇ ਸਿਰ ਤੇ ਹੀ ਟਿਕੀ ਹੋਈ ਹੈ। ਚਲੋ ਕਲਿਆਣ ਹੋਵੇ ਜੀ ਸਾਰਿਆਂ ਦਾ। ਸੋ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਖਾਣ ਦੇ ਲਈ ਤਾਂ ਲੋਕ ਰਾਸ਼ਨ ਸਰਕਾਰ ਤੋਂ ਮੰਗ ਰਹੇ ਹੈ, ਲੇਕਿਨ ਪੀਣ ਦੇ ਲਈ ਇਹਨਾਂ ਕੋਲ ਕਿੱਥੋਂ ਪੈਸੇ ਆਏ। ਇੱਕ ਹੋਰ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਪੰਜਾਬ ਤੋਂ ਬਾਹਰ ਦੀ ਵੀਡੀਓ ਹੈ ਸ਼ਾਇਦ, ਤੇ ਠੇਕੇ ਦੇ ਬਾਹਰ ਬਹੁਤ ਵੱਡੀ ਲਾਈਨ ਹੈ ਤੇ ਆਖਿਰ ਪੁਲਿਸ ਨੂੰ ਆ ਕੇ ਸਾਰੀ ਲਾਈਨ ਨੂੰ ਭਜਾਣਾ ਪੈਂਦਾ ਉੱਥੋਂ। ਸੋ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਜੀ ਨੇ ਦੱਸਿਆ ਕਿ ਹੁਣ 97 ਕੇਸਿਸ ਐਕਟਿਵ ਰਹਿ ਗਏ। ਇੱਕ ASI ਜਿਨ੍ਹਾਂ ਨੂੰ ਕਰੋਨਾ ਪੋਜ਼ਿਟਿਵ ਸੀਗਾ, ਅੱਜ ਉਹਨਾਂ ਨੇ ਕਰੋਨਾ ਨੂੰ ਹਰਾ ਦਿੱਤਾ ਤੇ ਬਿਲਕੁਲ ਠੀਕ ਹੋ ਕੇ ਘਰ ਵਾਪਸ ਲੌਟ ਗਏ ਨੇ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਤੇ ਰਵਨੀਤ ਸਿੰਘ ਬਿੱਟੂ MP ਦੋਹਾਂ ਨੇ ਆਪਣੀ ਟੀਮ ਦੇ ਨਾਲ ਅੱਜ ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜਾ ਆਈਸੋਲੇਸ਼ਨ ਸੈਂਟਰ ਹੈ ਉੱਥੇ ਦਾ ਦੌਰਾ ਕੀਤਾ ਤੇ ਉੱਥੇ ਦਾ ਖਾਣਾ ਵੀ ਦੇਖ ਕੇ ਆਏ। ਸੋ ਉਹਦੇ ਬਾਰੇ ਵੀ ਤੁਹਾਨੂੰ ਦਿਖਾਵਾਂਗੇ। ਸੋ ਪ੍ਰਵਾਸੀਆਂ ਦੀ ਸੇਵਾ ਕਰਨ ਦੇ ਵਿੱਚ ਬਿੱਟੂ ਗੁੰਬਰ ਜੀ ਦਾ ਬਹੁਤ ਵਧੀਆ ਨਾਮ ਚੱਲ ਰਿਹਾ। ਵਾਰਡ 63 ਦੇ ਵਿੱਚ ਵਲੰਟੀਅਰਸ ਲੋਕਾਂ ਨੂੰ ਰੋਕ ਰਹੇ ਆ, ਲੇਕਿਨ ਉਹਨਾਂ ਦੀ ਸ਼ਿਕਾਇਤ ਹੈ ਕਿ ਲੋਕ ਨਹੀਂ ਹਟ ਰਹੇ ਹਜੇ। ਸੋ ਪੰਜਾਬ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਨੰਦੇੜ ਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਸ਼ਰਧਾਲੂਆਂ ਨੂੰ ਠੀਕ ਢੰਗ ਦੇ ਨਾਲ ਸਕਰੀਨਿੰਗ ਨਹੀਂ ਕੀਤੀ, ਇਹੀ ਕਾਰਨ ਹੈ ਪੰਜਾਬ ਦੇ ਵਿੱਚ ਕੇਸਿਸ ਵਧਣ ਦਾ। ਸੋ ਇੱਕ ਮੀਟਿੰਗ ਵੀ ਉਹਨਾਂ ਨੇ ਲੁਧਿਆਣੇ ਦੇ ਵਿੱਚ ਕੀਤੀ, ਉਹਦੇ ਵੀ ਕੁਝ ਦ੍ਰਿਸ਼ ਤੁਹਾਨੂੰ ਦਿਖਾਉਂਦੇ ਆ। पुलिस वाले लाइन लगवा रहे हैं ठेके की। वो देख, वाकई बेटा बेवड़ों ने अर्थव्यवस्था संभाल रखी है। ਅੱਜ ਮਿਤੀ 4 ਮਈ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਜਿੰਨੇ ਵੀ ਸੈਂਪਲ ਅਸੀਂ ਕਲੈਕਟ ਕੀਤੇ ਹਨ, ਤਕਰੀਬਨ 3253 ਸੈਂਪਲ ਜਿਹੜੇ ਹੈਗੇ ਇਕੱਠੇ ਕੀਤੇ ਨੇ। ਹੁਣ ਤੱਕ ਉਹਦੇ ਵਿੱਚੋਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ 110 ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ। 18 ਕੇਸਿਸ ਜਿਹੜੇ ਹੈਗੇ ਉਹ ਬਾਹਰਲੇ ਜ਼ਿਲ੍ਹਿਆਂ ਦੇ ਹੈਗੇ ਜਿਹੜੇ ਕਿ ਇੱਥੇ ਪੋਜ਼ਿਟਿਵ ਪਾਏ ਗਏ ਨੇ। ਕੁੱਲ ਮਿਲਾ ਕੇ 128 ਕੇਸ ਜਿਹੜੇ ਹੈਗੇ ਹੁਣ ਤੱਕ ਲੁਧਿਆਣਾ ਵਿੱਚ ਪੋਜ਼ਿਟਿਵ ਪਾਏ ਜਾ ਚੁੱਕੇ ਨੇ, ਲੇਕਿਨ 110 ਜਿਹੜੇ ਹੈਗੇ ਉਹ ਲੁਧਿਆਣਾ ਡਿਸਟ੍ਰਿਕਟ ਨਾਲ ਬਿਲੋਂਗ ਕਰਦੇ ਨੇ। ਹੁਣ ਤੱਕ 8 ਪੇਸ਼ੈਂਟ ਜਿਹੜੇ ਹੈਗੇ ਉਹ ਕਿਉਰਡ ਡਿਕਲੇਅਰ ਕੀਤੇ ਜਾ ਚੁੱਕੇ ਹਨ। ਅੱਜ ਵੀ ਇੱਕ ਪੇਸ਼ੈਂਟ ਜਿਹੜਾ ਹੈਗਾ ਆਪਣੇ 2 ਨੈਗੇਟਿਵ ਲਗਾਤਾਰ ਆਉਣ ਤੋਂ ਬਾਅਦ ਕਿਉਰਡ ਡਿਕਲੇਅਰ ਕੀਤਾ ਗਿਆ ਹੈ। 5 ਡੈਥ ਜਿਹੜੀਆਂ ਹੈਗੀਆਂ ਉਹ ਰਿਪੋਰਟ ਹੋਈਆਂ ਨੇ। ਤਾਂ ਕੁੱਲ ਮਿਲਾ ਕੇ 97 ਐਕਟਿਵ ਕੇਸਿਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਵਿੱਚ ਇਸ ਵੇਲੇ ਹੈਗੇ। ਇੱਕ ਬਹੁਤ ਵੱਡਾ ਜਿਹੜਾ ਫਲੈਗਿੰਗ ਇਸ਼ੂ ਇਸ ਵੇਲੇ ਹੈਗਾ ਉਹ ਹੈਗਾ ਕਿ ਮਾਈਗ੍ਰੈਂਟ ਜਿਹੜੇ ਹੈਗੇ ਜਿਨ੍ਹਾਂ ਨੇ ਰਜਿਸਟਰ ਕੀਤਾ ਹੋਇਆ ਸੀਗਾ ਆਪਣੇ ਵਾਪਸ ਆਪਣੇ ਸਟੇਟਾਂ ਨੂੰ ਜਾਣ ਦੇ ਲਈ, ਤੇ ਉਹਦੇ ਵਾਸਤੇ ਲਗਾਤਾਰ ਸਟੇਟ ਗਵਰਨਮੈਂਟ ਦੇ ਵੱਲੋਂ ਨੋਡਲ ਆਫਿਸਰਸ ਜਿਹੜੇ ਹੈਗੇ ਉਹ ਲਗਾਏ ਗਏ ਨੇ, ਜਿਹੜੇ ਕਿ ਹਰ ਇੱਕ ਪਾਰਟਿਕੂਲਰ ਸਟੇਟ ਦੇ ਵਾਸਤੇ ਉਹ ਪਾਰਟਿਕੂਲਰ ਸਟੇਟ ਗਵਰਨਮੈਂਟ ਦੇ ਨਾਲ ਰਾਬਤਾ ਕਾਇਮ ਕਰ ਰਹੇ ਨੇ। ਇਹ ਜੋ ਨੋਡਲ ਆਫਿਸਰਸ ਨੇ ਲਗਾਤਾਰ ਉਹਨਾਂ ਸਟੇਟਾਂ ਨੂੰ ਰਿਕੁਐਸਟ ਵੀ ਕਰ ਰਹੇ ਨੇ, ਡੇਟਾ ਵੀ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਨੇ ਕਿ ਕਿੰਨਾ ਇੱਕ ਮਾਈਗ੍ਰੈਂਟ ਲੇਬਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਸਟੇਟਾਂ ਤੋਂ ਰਿਲੇਟਿਡ ਹੈਗਾ, ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੈਗਾ, ਔਰ ਉਹਨਾਂ ਨੂੰ ਪਰਸੂ ਕੀਤਾ ਜਾ ਰਿਹਾ ਹੈਗਾ ਕਿ ਇਹ ਜਿਹੜੇ ਮਾਈਗ੍ਰੈਂਟ ਲੇਬਰ ਹੈਗੀ ਇਹ ਇੱਥੋਂ ਉੱਥੇ ਜਾਣਾ ਚਾਹੁੰਦੀ ਹੈ।
ਤਾਂ ਇਸ ਕਰਕੇ ਉਹ ਸਟੇਟ ਜਿਹੜੇ ਹੈਗੇ ਇਹਨਾਂ ਨੂੰ ਪਰਮਿਸ਼ਨ ਦੇਣ ਕਿ ਇੱਥੋਂ ਮੂਵ ਹੋ ਸਕਣ। ਕੁਛ ਇੱਕ ਸਟੇਟਾਂ ਨੇ ਥੋੜਾ ਜਿਹਾ ਪੋਜ਼ਿਟਿਵ ਰੁਝਾਨ ਜਿਹੜਾ ਹੈਗਾ ਉਹ ਦਿੱਤਾ ਹੈਗਾ, ਔਰ ਉਹ ਪੋਜ਼ਿਟਿਵ ਰੁਝਾਨ ਕਿਉਂਕਿ ਇਸ ਦੇ ਵਿੱਚ ਇਹ ਹੈਗਾ ਕਿ ਹਰ ਇੱਕ ਸਟੇਟ ਦੇ ਵਿੱਚ ਜਦ ਵੀ ਕੋਈ ਮਾਈਗ੍ਰੇਟ ਲੇਬਰ ਪੁੰਜਦੀ ਹੈ, ਕੋਈ ਵੀ ਬਾਹਰਲਾ ਬੰਦਾ ਪੁੰਜਦਾ ਹੈ, ਤਾਂ ਉਸ ਸਟੇਟ ਵੱਲੋਂ ਇੱਕ ਸਟੈਂਡਰਡ ਪ੍ਰੋਟੋਕੋਲ ਜਿਹੜੇ ਹੈਗੇ ਉਹ ਫੋਲੋ ਕੀਤੇ ਜਾਂਦੇ ਆ। ਉਹਨਾਂ ਬੰਦਿਆਂ ਨੂੰ ਆਪਣੇ ਇੰਸਟੀਟਿਊਸ਼ਨਲ ਕੁਆਰੰਟਾਈਨ ਸੈਂਟਰਾਂ ਦੇ ਵਿੱਚ ਰੱਖਿਆ ਜਾਂਦਾ, ਉੱਥੇ ਸਕਰੀਨਿੰਗ ਵਗੈਰਾ ਵੀ ਕਰਨੀ ਪੈਂਦੀ ਹੈ। ਤਾਂ ਸਾਰਾ ਕੁਝ ਉਹਨਾਂ ਸਟੇਟਾਂ ਵੱਲੋਂ ਤਿਆਰੀਆਂ ਕੀਤੀਆਂ ਜਾਣੀਆਂ ਹਨ। ਤਾਂ ਇਸ ਕਰਕੇ ਉਹ ਸਟੇਟ ਜਿਹੜੇ ਹੈਗੇ ਆਪਣੀ ਤਿਆਰੀਆਂ ਦੇ ਆਧਾਰ ਦੇ ਉੱਤੇ ਸਾਡੇ ਸਟੇਟ ਪੰਜਾਬ ਨੂੰ ਉਹ ਕਲੈਰਿਟੀ ਦੇ ਰਹੇ ਨੇ ਕਿ ਅਸੀਂ ਕਦੋਂ ਕਿੰਨੇ ਬੰਦਿਆਂ ਨੂੰ ਲੈ ਸਕਦੇ ਆ, ਔਰ ਉਸ ਮੁਤਾਬਿਕ ਜਦ ਉਹ ਸਟੇਟ ਅਲਾਉ ਕਰ ਦੇਵਾਂਗੇ ਕਿ ਅਸੀਂ 1000 ਬੰਦਿਆਂ ਨੂੰ, 2000 ਬੰਦਿਆਂ ਨੂੰ, 3000 ਬੰਦਿਆਂ ਨੂੰ ਲੈ ਸਕਦੇ ਆ, ਤਾਂ ਫਿਰ ਅਸੀਂ ਉਨੇ ਕੁ ਬੰਦੇ ਜਿਹੜੇ ਹੈਗੇ ਉਹ ਫਿਰ ਅਸੀਂ ਭੇਜਾਂਗੇ ਉੱਥੇ ਬਾਈ ਟ੍ਰੇਨ ਜਾਂ ਬਾਈ ਬੱਸ ਜਾਂ ਜੋ ਵੀ ਤਰੀਕਾ ਹੋਵੇਗਾ। ਤਾਂ ਉਹਦੇ ਵਾਸਤੇ ਟ੍ਰੇਨਾਂ ਦੀ ਡਿਮਾਂਡ ਜਿਹੜੀ ਹੈਗੀ ਜਾਂ ਬੱਸਾਂ ਦੀ ਡਿਮਾਂਡ ਕੀਤੀ ਜਾਵੇਗੀ। ਫਿਰ ਲੋਕ ਜਿਹੜੇ ਹੈਗੇ ਉਹਨਾਂ ਟ੍ਰੇਨਾਂ ਦੀ ਵਰਤੋਂ ਕਰਦੇ ਹੋਏ ਜਾਂ ਬੱਸਾਂ ਦੀ ਵਰਤੋਂ ਕਰਦੇ ਹੋਏ ਆਪਣੇ ਆਪਣੇ ਸਟੇਟਾਂ ਦੇ ਵਿੱਚ ਜਾ ਸਕਦੇ ਨੇ। ਤਾਂ ਉਹ ਪ੍ਰੋਸੈਸ ਜਿਹੜਾ ਹੈਗਾ ਉਹ ਆਲਰੇਡੀ ਔਨ ਹੈਗਾ। ਸਾਡੇ ਸਟੇਟ ਦੇ ਸਾਰੇ ਨੋਡਲ ਆਫਿਸਰਸ ਕੰਸਰਨਡ ਸਟੇਟਾਂ ਦੇ ਨਾਲ ਰਾਬਤਾ ਕਾਇਮ ਕਰਕੇ ਰੱਖੇ ਹੋਏ ਨੇ, ਔਰ ਲਗਾਤਾਰ ਉਹ ਸਾਡੇ ਨਾਲ ਵੀ ਰਾਬਤਾ ਕਾਇਮ ਕਰਕੇ ਰੱਖ ਰਹੇ ਨੇ ਕਿ ਜਿਸ ਤਰ੍ਹਾਂ ਕਿ ਅਸੀਂ ਟਾਈਮਲੀ ਉਹਨਾਂ ਦੇ ਅਰੇਂਜਮੈਂਟ ਜਿਹੜੇ ਹੈਗੇ ਉਹ ਕਰ ਸਕਣ। ਅੱਜ ਇਸ ਦੇ ਵਾਸਤੇ ਮੈਂ ਰੇਲਵੇ ਸਟੇਸ਼ਨ ਔਰ ਬਾਕੀ ਥਾਵਾਂ ਜਿਹੜੀਆਂ ਹੈਗੀਆਂ ਉਹ ਵੀ ਚੈੱਕ ਕੀਤੀਆਂ ਸੀਗੀਆਂ ਕਿ ਅਸੀਂ ਜੇ ਜਦ ਵੀ ਸਾਨੂੰ ਕੋਈ ਪਰਮਿਸ਼ਨ ਮਿਲਦੀ ਹੈ ਤਾਂ ਟ੍ਰੇਨ ਦੀ ਮੂਵਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਅੱਜ ਅਸੀਂ ਜਿਹੜੇ ਲੇਬਰ ਬਾਹੁਲ ਏਰੀਆ ਜਿਹੜੇ ਹੈਗੇ ਸਾਡੇ, ਜਿੱਥੇ ਜ਼ਿਆਦਾਤਰ ਲੇਬਰ ਰਹਿੰਦੀ ਹੈ ਜਾਂ ਇੰਡਸਟਰੀਆਂ ਜਿੱਥੇ ਹੈਗੀਆਂ, ਉਹ ਵੀ ਮੈਂ ਤੇ ਸੀਪੀ ਸਾਹਿਬ ਨੇ ਵਿਜ਼ਿਟ ਕੀਤਾ ਸੀਗਾ। ਕਾਫੀ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ। ਉਹਨਾਂ ਵੱਲੋਂ ਵੀ ਜ਼ਿਆਦਾਤਰ ਜਿਹੜੀ ਹੈਗੀ ਗੱਲ ਇਹੀ ਰੇਜ਼ ਕੀਤੀ ਗਈ ਸੀਗੀ ਕਿ ਛੇਤੀ ਤੋਂ ਛੇਤੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਉਹ ਖੋਲ੍ਹੀਆਂ ਜਾਣ ਜਾਂ ਫਿਰ ਉਹਨਾਂ ਨੂੰ ਆਪਣੇ ਆਪਣੇ ਸਟੇਟਾਂ ਦੇ ਵਿੱਚ ਜਾਣ ਦਿੱਤਾ ਜਾਵੇ। ਤਾਂ ਉਹਨਾਂ ਨੂੰ ਇਸ ਦੇ ਵਾਸਤੇ ਇਹ ਵੀ ਕਲੈਰੀਫਾਈ ਕੀਤਾ ਗਿਆ ਕਿ ਗਵਰਨਮੈਂਟ ਵੱਲੋਂ ਚੁੱਕੀ ਹੁਣ ਇਸ ਇੰਡਸਟਰੀਆਂ ਨੂੰ ਜਿਹੜੇ ਅਪਰੂਵਡ ਏਰੀਆਜ਼ ਹੈਗੇ ਉੱਥੇ ਉਹਨਾਂ ਨੂੰ ਆਲਰੇਡੀ ਖੋਲ੍ਹਣ ਦੀ ਪਰਮਿਸ਼ਨ ਜਾਂ ਗ੍ਰੀਨ ਸਿਗਨਲ ਜਿਹੜਾ ਹੈਗਾ ਉਹ ਦਿੱਤਾ ਹੋਇਆ ਹੈ। ਤਾਂ ਇੰਡਸਟਰੀਆਂ ਜਿਹੜੀਆਂ ਹੈਗੀਆਂ ਧੀਰੇ ਧੀਰੇ ਖੁੱਲ੍ਹ ਵੀ ਰਹੀਆਂ ਨੇ। ਇਨਫੈਕਟ ਤਕਰੀਬਨ 2-2.5 ਹਜ਼ਾਰ ਇੰਡਸਟਰੀਆਂ ਹੁਣ ਤੱਕ ਲੁਧਿਆਣੇ ਦੇ ਵਿੱਚ ਖੁੱਲ੍ਹ ਵੀ ਚੁੱਕੀਆਂ ਨੇ, ਜਿੱਥੇ ਲੱਖ ਦੇ ਨੇੜੇ ਤੇੜੇ ਲੇਬਰ ਜਿਹੜੀ ਹੈਗੀ ਉਹ ਆਲਰੇਡੀ ਕੰਮ ਕਰਨਾ ਚਾਲੂ ਵੀ ਕਰਤਾ ਹੈਗਾ। ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮਾਂ ਦੇ ਵਿੱਚ ਜਦ ਧੀਰੇ ਧੀਰੇ ਚੀਜ਼ਾਂ ਜਿਹੜੀਆਂ ਹੈਗੀਆਂ ਇੰਪਰੂਵ ਹੋਣਗੀਆਂ ਤਾਂ ਇਹ ਲੇਬਰ ਜਿਹੜੀ ਹੈਗੀ ਉਹਨਾਂ ਨੂੰ ਫਿਰ ਕੰਮ ਵੀ ਮਿਲ ਜਾਊਗਾ, ਤਾਂ ਉਹ ਇੱਥੇ ਰਹਿਣਾ ਹੋਰ ਜ਼ਿਆਦਾ ਪਸੰਦ ਕਰਨਗੇ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜੀ ਰਾਸ਼ਨ ਵਗੈਰਾ ਦੀ ਪ੍ਰੋਬਲਮਸ ਹੈਗੀਆਂ ਉਹ ਵੀ ਅਸੀਂ ਪੁੱਛੀਆਂ ਸੀਗੀਆਂ। ਤਾਂ ਜ਼ਿਆਦਾਤਰ ਵੱਲੋਂ ਇਸ ਦੇ ਉੱਤੇ ਸੈਟਿਸਫੈਕਸ਼ਨ ਦਿਖਾਇਆ ਗਿਆ ਸੀਗਾ ਕਿ ਕਾਫੀ ਠੀਕ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਲੇਕਿਨ ਉਹਨਾਂ ਵੱਲੋਂ ਕੁਝ ਸੁਝਾਅ ਇਸ ਦੇ ਵਿੱਚ ਦਿੱਤੇ ਗਏ ਸੀਗੇ ਕਿ ਜੇ ਇਸ ਚੀਜ਼ਾਂ ਜਿਹੜੀਆਂ ਹੈਗੀਆਂ ਹੋਰ ਸਟ੍ਰੀਮਲਾਈਨ ਕੀਤੀਆਂ ਜਾ ਸਕਣ ਤਾਂ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਤਾਂ ਅਸੀਂ ਉਹਨਾਂ ਦੇ ਸੁਝਾਅ ਜਿਹੜੇ ਹੈਗੇ ਉਹਨਾਂ ਨੂੰ ਨੋਟ ਵੀ ਕਰ ਲਿਆ ਹੈਗਾ। ਤਾਂ ਅੱਗੇ ਤੋਂ ਉਹਨਾਂ ਨੂੰ ਕੱਲ੍ਹ ਤੋਂ ਅਸੀਂ ਉਹਨਾਂ ਨੂੰ ਇੰਪਲੀਮੈਂਟ ਵੀ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਸ ਤਰ੍ਹਾਂ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਆਪਣੀ ਡਿਮਾਂਡ ਜਾਂ ਆਪਣੀ ਰਿਕੁਆਇਰਮੈਂਟ ਜਿਹੜੀ ਹੈਗੀ ਉਹਨਾਂ ਦੀ ਪੂਰੀ ਹੋ ਜਾਵੇ। ਤਾਂ ਇਸ ਤੋਂ ਇਲਾਵਾ ਸਟੇਟ ਵੱਲੋਂ ਆਲਰੇਡੀ ਟ੍ਰੇਨਸ ਵਗੈਰਾ ਦੀ ਡਿਮਾਂਡ ਜਿਹੜੀ ਹੈਗੀ ਉਹ ਕੀਤੀ ਹੀ ਜਾ ਰਹੀ ਹੈ। ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜੋ ਵੀ ਰਿਕੁਆਇਰਮੈਂਟਸ ਉਹਨਾਂ ਦੀਆਂ ਹੈਗੀਆਂ ਉਹ ਸਾਰੀ ਮੁਕੰਮਲ ਕਰਨ ਦੇ ਵਾਸਤੇ ਸਟੇਟ ਵੱਲੋਂ ਐਫਰਟਸ ਜਿਹੜੇ ਹੈਗੇ ਉਹ ਕੀਤੇ ਜਾ ਰਹੇ ਨੇ। ਥੈਂਕ ਯੂ। दिन हो गया साडी संस्था वालों सेवा का काम जारी है, चाहे वो राशन है चाहे लंगर है। असी रोज़ देखते सी गरीब प्रवासी ਜਿਹੜੇ सड़कों के उत्ते बैठे है, उन्होंने कोल जिद्दां कपड़े बहुत ज़्यादा गंदे मैं देखे पाए, शर्टां उन्हां दीयां बहुत ज़्यादा मैलियां होईयां पियां सी, ना इन्हां कोल नहाउण दी सुविधा ना कपड़े धोण दी है। तो अज मन दे विच ख्याल आया क्यों ना इन्हां नूं अज असी टी शर्टां प्रोवाइड कराइए, लंगर असी नाल लंगर भी वंड रहे हैं TCN संस्था नाल मिल के, ਤੇ ਨਾਲ ਅੱਜ ਟੀ ਸ਼ਰਟਾਂ ਵੀ ਵੰਡੀਆਂ ਮੈਂ। ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਵਾਂ ਕਿ ਜਲਦ ਤੋਂ ਜਲਦ ਇਸ ਕਰੋਨਾ ਵਾਇਰਸ ਮੁਕਤੀ ਤੋਂ ਸਾਨੂੰ ਇਹ ਮੁਕਤੀ ਦਿਲਾਓ, ਤਾਂ ਕਿ ਇਹ ਗਰੀਬ ਜਿਹੜੇ ਆਪਣੇ ਰੋਜ਼ ਦਿਹਾੜੀ ਦੇ ਕਾਰੋਬਾਰ ਤੇ ਫਿਰ ਤੋਂ ਲੌਟ ਸਕਣ। ਬਿਲਕੁਲ ਜੀ ਬਿਲਕੁਲ ਨਵੀਆਂ ਟੀ ਸ਼ਰਟਾਂ ਮੈਂ ਜਿਸ ਤਰ੍ਹਾਂ ਦੀਆਂ ਅਸੀਂ ਆਪ ਖੁਦ ਪਾਉਂਦੇ ਹਾਂ, 200 ਦੇ ਲਗਭਗ ਅਸੀਂ ਟੀ ਸ਼ਰਟਾਂ ਗੱਡੀ 'ਚ ਲਿਆਂਦੀਆਂ, ਔਰ ਇਹਨਾਂ ਗਰੀਬਾਂ ਤੱਕ ਅਸੀਂ ਪ੍ਰੋਵਾਈਡ ਕਰਾਵਾਂਗੇ ਜਿਹੜੇ ਸੜਕਾਂ ਦੇ ਉੱਤੇ ਵਿਚਾਰੇ दिन रात बैठ के अपना पालन पोषण पेट का गुजारा करते हैं। जब तक ये लॉकडाउन खत्म नहीं हो जाता साड़ी सोसाइटी और TCN मिल के ये सेवा का कार्य इस तरह ही जारी रहूगा। तो मैं लोगों को बेनती करदा तुसीं अपने घरां 'च बैठो,
ਘਰ 'ਚ ਬੈਠ ਕੇ ਸਮਾਂ ਬਤੀਤ ਕਰੋ। ਤੁਹਾਡੇ ਘਰ ਦਾ ਹਰ ਜ਼ਰੂਰਤ ਦਾ ਸਮਾਨ ਪ੍ਰਸ਼ਾਸਨ ਦੀ ਮਦਦ ਦੇ ਨਾਲ ਘਰ ਘਰ ਪਹੁੰਚਾਵਾਂਗੇ। ਬਹੁਤ ਬਹੁਤ ਧੰਨਵਾਦ। ਜੈ ਸ਼੍ਰੀ ਰਾਮ। ਅਸੀਂ ਜੀ ਵਾਰਡ ਨੰਬਰ 63 ਤੋਂ ਵਲੰਟੀਅਰ ਸਾਰੇ ਬੋਲਦੇ ਪਏ ਹਾਂ ਤੇ ਅਸੀਂ ਇੱਥੇ ਕੁਸ਼ਟ ਆਸ਼ਰਮ ਦੇ ਬਾਹਰ ਖੜੇ ਹਾਂ ਤੇ ਅਸੀਂ ਲੋਕਾਂ ਨੂੰ ਰੋਕਦੇ, ਲੋਕੀ ਮੰਨਦੇ ਨਹੀਂ ਪਏ ਹੈਗੇ ਤੇ ਪ੍ਰਸ਼ਾਸਨ ਸਾਡੇ ਨਾਲ ਖੜਾ ਹੈ ਤੇ ਅਸੀਂ ਪ੍ਰਸ਼ਾਸਨ ਦੇ ਨਾਲ ਖੜੇ ਹਾਂ। ਜੋ ਵੀ ਕੰਮ ਕਰਨਾ ਅਸੀਂ ਕਰੋਨਾ ਦੀ ਲੜਾਈ ਲੜਦੇ ਪਏ ਹਾਂ ਤੇ ਸਾਨੂੰ ਪ੍ਰਸ਼ਾਸਨ ਸਾਡੇ ਨਾਲ ਉੱਦਾਂ ਵੀ ਖੜਿਆ ਹੈ, ਲੇਕਿਨ ਜਨਤਾ ਸਾਡੀ ਗੱਲ ਨਹੀਂ ਮੰਨਦੀ ਹੈ ਤੇ ਇਹ ਆਪਣਾ ਲੁਧਿਆਣਾ ਰੈੱਡ ਜ਼ੋਨ ਤੇ ਆ ਚੁੱਕਿਆ ਹੈ, ਲੇਕਿਨ ਇੱਥੇ ਦੇ ਲੋਕ ਕੋਈ ਨਹੀਂ ਮੰਨਦੇ ਪਏ ਗੱਲ ਤੇ ਪ੍ਰਸ਼ਾਸਨ ਸਾਨੂੰ, ਅਸੀਂ ਪ੍ਰਸ਼ਾਸਨ ਨੂੰ ਰੋਜ਼ ਹੀ ਕਹਿੰਦੇ ਹਾਂ ਵੀ ਤੁਸੀਂ ਆ ਕੇ ਸਾਡੇ ਨਾਲ ਖੜੋ, ਲੇਕਿਨ ਪ੍ਰਸ਼ਾਸਨ ਸਾਨੂੰ ਆਸ਼ਵਾਸਨ ਦਿੰਦਾ ਲੇਕਿਨ ਸਾਡੇ ਨਾਲ ਨਹੀਂ ਆਉਂਦਾ। ਠੀਕ ਹੈ। ਤੇ ਬਾਕੀ ਰਹੀ ਗੱਲ 2 ਨੰਬਰ ਦੇ SHO ਸਾਹਿਬ ਸਾਨੂੰ ਆ ਕੇ ਆਸ਼ਵਾਸਨ ਦੇ ਕੇ ਜਾਂਦੇ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਲੇਕਿਨ ਬਾਕੀ ਜਿਹੜੇ ਆਉਂਦੇ ਮੁਲਾਜ਼ਮ ਉਹ ਇਹਨਾਂ ਦੇ ਨਾਲ ਮਿਲ ਕੇ ਜਿੱਦਾਂ ਮਰਜ਼ੀ ਕਰਕੇ ਆਪਣੀ ਮਤਲਬ ਗੱਲ ਨੂੰ ਮਤਲਬ ਹੈ ਨਹੀਂ ਥੱਲੇ ਸੁੱਟ ਦਿੰਦੇ ਹੈਗੇ ਉਹਨਾਂ ਦੀ, ਵੱਡੇ ਅਫਸਰਾਂ ਦੀ। ਅਸੀਂ ਉਹਨਾਂ ਨੂੰ ਸਮਝਾਉਂਦੇ ਵੀ ਤੁਸੀਂ ਮੰਨੋ ਗੱਲ, ਜੇ ਆਪਾਂ ਕਰੋਨਾ ਦੀ ਲੜਾਈ ਅੱਜ ਨਹੀਂ ਲੜਾਂਗੇ ਤਾਂ ਆਪਾਂ ਫਿਰ ਬਾਅਦ 'ਚ ਸਾਰਾ ਮਹੱਲਾ ਸੀਲ ਹੋ ਜਾਣਾ ਹੈ। ਸਾਰੀ ਸਮਾਜ, ਸਾਰਾ ਮਹੱਲਾ, ਸਾਰਾ ਏਕਤਾ ਜਿੰਨੀ ਆਪਣੀ ਇਹਨੇ ਇੱਥੇ ਸਾਰੇ ਆਪਾਂ ਪ੍ਰਸ਼ਾਸਨ ਦੇ ਆਪਾਂ ਫਿਰ ਬਾਅਦ 'ਚ ਪ੍ਰਸ਼ਾਸਨ ਨੇ ਇੱਥੇ ਸੀਲ ਕਰ ਦੇਣਾ ਸਾਰਿਆਂ ਨੂੰ ਤੇ ਬਾਅਦ 'ਚ ਇੱਥੇ ਜੇ ਅਗਰ CRP ਆ ਜਾਣੀ ਹੈ ਕਿਸੇ ਨੇ ਇੱਥੇ ਰੋਟੀ ਖਾਣ ਜੋਗੇ ਵੀ ਨਹੀਂ ਬਚੂਗੇ ਤੇ ਸਾਡੀ ਤਰਫੋਂ ਤੇ ਅਸੀਂ ਕਹਿੰਦੇ ਵੀ ਸਾਰੇ ਮਿਲ ਕੇ ਤੇ ਸਾਡਾ ਸਹਿਯੋਗ ਕਰੋ। ਸਾਡੀ ਇਹੀ ਬੇਨਤੀ ਹੈ। ਜੈ ਸ਼੍ਰੀ ਰਾਮ। ਇਸ ਵੇਲੇ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਡੇ ਕੋਲ ਹੈਗੀ ਹੈ ਉਹ ਹੈਗੀ ਕਿ ਰਿਕਵਰੀ ਹੈਗੀ ਕੋਈ ਸਾਡੇ ਕੋਲ ਕਿਹੜੇ ਕਿਹੜੇ ਨਾਮਾਂ ਤੋਂ ਬੰਦੇ ਆਏ ਕਿ ਇੱਕ ਆਏ ਸੀਗੇ ਨਾਂਦੇੜ ਤੋਂ, ਇੱਕ ਆਏ ਸੀਗੇ ਕੋਟਾ ਤੋਂ ਔਰ ਇੱਕ ਆਏ ਸੀਗੇ ਸਾਡੇ ਕੋਲ ਜਿਹੜੇ ਜੈਸਲ ਦੇ ਉਹ ਜਿਹੜੇ ਫਾਜ਼ਿਲਕਾ ਰੋਡ ਤੇ ਫਾਜ਼ਿਲਕਾ ਦੇ ਬਣ ਰਹੇ ਸੀ। ਕੁਝ ਸਾਡੇ ਕੋਲ ਵਿਚਾਰ ਆ ਗਏ ਸੀ ਗਵਾਲੀਅਰ ਸਾਈਡ ਤੋਂ ਜਿਹੜੇ ਕੰਬਾਈਨ ਆਪਰੇਟਰ ਹੁੰਦੇ ਆ ਤੇ ਤਿੰਨ ਚਾਰ ਨਾਮਾਂ ਤੋਂ ਸਾਡੇ ਕੋਲ ਬੰਦੇ ਆਏ ਸੀ। ਤਕਰੀਬਨ 392 ਬੰਦੇ ਜਿਹੜੇ ਹਨ ਉਹ ਜਾਣੇ ਕਾਫੀ 392 ਦੀ ਸਾਰੇ ਨੂੰ ਅਸੀਂ ਸੈਂਪਲਿੰਗ ਕਰਾਂਗੇ, ਸਾਰਿਆਂ ਦੀ ਸੈਂਪਲਿੰਗ ਕਰਕੇ ਅਸੀਂ ਭੇਜੀ ਹੋਈ ਹੈ। 238 ਦੀ ਕੱਲ ਰਾਤ को ਸਾਡੇ ਕੋਲ ਰਿਪੋਰਟ किया गई थी, ਉਹਦੇ ਵਿੱਚ 90 ਬੰਦੇ ਸੀ, 148 ਨੈਗੇਟਿਵ। इसका सर्टिफिकेट स्टोरी करके इन्होंने 148 ਬੰਦੇ ਨੇ ਜਿਹਨਾਂ ਦੀ ਰਿਪੋर्ट्स ਨੈਗੇਟਿਵ ਆ ਗਈਆਂ ਨੇ ਉਹ ਸਾਡੇ ਕੋਲ ਨੈਗੇਟਿਵ ਕਿਹਾ ਇੱਕ ਤਰ੍ਹਾਂ ਉਹਨਾਂ ਦਾ ਫੈਸਲਾ ਹੋ ਜਾਏਗਾ। ਰੀਜ਼ਨ ਇਹ ਹੈਗਾ ਕਿ ਇਹਨਾਂ ਵਿੱਚੋਂ ਕੋਈ ਵੀ ਬੰਦਾ ਆਪਣਾ ਰਿਪੋर्ट भी नेगेटिव आ गई बेटा उसे बिल्कुल ही जहाँ मान लेना कि कोई बीमार नहीं है, उन्होंने पता भी चली जाता है कि मेरी रिपोर्ट नेगेटिव आ गई है। हूँ वो बंदा साढ़े से मतलब उन्होंने देखो जो हमारे पास इन्होंने बताया कि 9 केस जो इस वाले पॉजिटिव लुधियाना में है। सर पंजाब का डाटा, अरे पंजाब का डाटा ऐसे है कि पंजाब का कल तक जो हमारे पास 1100 कुछ थे, आज जो बुलेटिन शाम को जारी होएगा तो जो रिजल्ट रात को लेट हम रहे हैं वो 3-4 बजे तक पूरा क्लब करते हैं, उसके बाद हम उसको जारी करते हैं। इसमें नंदेड़ साहब के कितने हैं और बाकी लोग कितने हैं? देखो ज़्यादातर जो हमारा पहले पंजाब का डाटा था वो 399 के करीब था, लेकिन उसमें जितना ऐड हुआ जो सारे लोग बाहर से आए वही ऐड हुए हैं सारे। और वो एक्चुअली इसमें हाले और भी इजाफा होने की काफ़ी चांस है क्योंकि काफ़ी हाले जो रिजल्ट अवेटेड है कितने लेकिन मेरे ख्याल परसों तक तो 4000 के ऊपर थे, कल भी हाँ 4000 के कल शायद। ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਕਰੋਨਾ ਕਿਸੇ ਦੀ ਵੀ ਮਿੱਤਰ ਨਹੀਂ ਹੈ। ਇੱਕ ਇਦਾਂ ਦੀ ਡਿਜ਼ੀਜ਼ ਹੈ, ਇਦਾਂ ਦਾ ਵਾਇਰਸ ਹੈ, ਇਸ ਲਈ ਘਰੋਂ ਬਾਹਰ ਬਿਲਕੁਲ ਨਾ ਨਿਕਲੋ ਕਿਉਂਕਿ ਜੇ ਤੁਸੀਂ ਘਰ ਰਹੋਗੇ, ਸੁਰੱਖਿਅਤ ਰਹੋਗੇ, ਬਾਹਰੋਂ ਇਸ ਬਿਮਾਰੀ ਨੂੰ ਘਰ ਲਿਆ ਕੇ ਸਾਰਿਆਂ ਨੂੰ ਵੀ ਲਗਾ ਦੋਗੇ। ਸੋ ਧਿਆਨ ਰੱਖੋ ਆਪਣਾ, ਕਰਾਚੀ ਰਹੋ। ਬਾਹਰ ਦੀਆਂ ਖਬਰਾਂ ਤੁਹਾਨੂੰ ਪਲ ਪਲ ਅਸੀਂ ਦਿੰਦੇ ਰਵਾਂਗੇ। ਡਿਟੇਲਡ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਵੌਇਸ ਆਫ ਏਸ਼ੀਅਨਸ ਦੇ ਉੱਤੇ ਜਾ ਕੇ ਅੱਜ ਦੀ ਸਾਰੀ ਪ੍ਰਸ਼ਾਸਨ ਦੀ ਜਾਣਕਾਰੀ ਲੈ ਸਕਦੇ ਹੋ ਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਲੇਟੈਸਟ ਇਨਫੋਰਮੇਸ਼ਨ ਤੁਹਾਨੂੰ ਅਸੀਂ ਦਿੰਦੇ ਰਹੀਏ। ਕੱਲ ਫਿਰ ਮਿਲਾਂਗੇ। ਸੁਰੱਖਿਅਤ ਰਹੋ, ਸकुशल रहो। नमस्कार।